ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਤ ਸੰਗਤ ਜੀਓ ਵਡਭਾਗੇ ਹੋ, ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸਜ ਬੈਠੇ ਹੋ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਸੰਥਿਆ ਰੂਪ ਵਿਚਾਰ ਦੇ ਰਾਹੀਂ ਜੁੜਨਾ ਕਰ ਰਹੇ ਹੋ। ਸੋ ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 75 ਦੇ ਉੱਪਰੋਂ ਸਤਿਗੁਰੂ ਜੀ ਦਾ ਪਾਵਨ ਸ਼ਬਦ ਆਰੰਭ ਹੋ ਰਿਹਾ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ। ਪਹਿਲੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ। ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਦੂਸਰਾ ਪਹਿਰਿਆਂ ਦੇ ਰੂਪ ਵਿੱਚ ਦਰਜ ਸ਼ਬਦ ਹੈ। ਇਸ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਜੀਵਨ ਦੀ ਵੰਡ ਨੂੰ ਜਿਹੜਾ ਹੈ ਉਹ ਚਾਰ ਪਹਿਰਾਂ ਦੇ ਵਿੱਚ ਵੰਡਦੇ ਹੋਏ ਸਮਝਾ ਰਹੇ ਹਨ। ਪਹਿਲਾ ਪਹਿਰ ਪਾਤਸ਼ਾਹ ਜੀ ਆਖਣ ਲੱਗੇ ਬਾਲਕ ਬੁੱਧ, ਭਾਵ ਬਾਲਕ ਜਿੰਨੀ ਬੁੱਧੀ ਰੱਖਣ ਵਾਲਾ, ਕਿ ਜਿੰਨੀ ਇੱਕ ਬੱਚੇ ਨੂੰ ਬੁੱਧੀ ਜਾਂ ਮੱਤ ਹੁੰਦੀ ਹੈ ਉਨੀ ਕੁ ਬੁੱਧੀ ਰੱਖਣ ਵਾਲਾ ਜੀਵ ਜਿਹੜਾ ਹੈ। ਅਚੇਤ ਬੇਪਰਵਾਹ। ਸਤਿਗੁਰੂ ਜੀ ਆਖਣ ਲੱਗੇ ਹੇ ਵਣਜਾਰੇ ਮਿੱਤਰ, ਨਾਮ ਦਾ ਵਪਾਰ ਕਰਨ ਆਏ ਜੀਵ ਮਿੱਤਰ, ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਜੀਵ ਬਾਲਕਾਂ ਦੀ ਅਕਲ ਵਾਲਾ ਅਣਜਾਣ ਹੁੰਦਾ ਹੈ, ਕਿ ਬਾਲਕ ਦੀ ਅਕਲ ਵਾਲਾ ਹੁੰਦਾ ਹੈ ਅਤੇ ਨਾਮ ਸਿਮਰਨ ਵੱਲੋਂ ਬੇਪਰਵਾਹ ਰਹਿੰਦਾ ਹੈ। ਹੁਣ ਬੱਚੇ ਨੂੰ ਤਾਂ ਕੁਝ ਨਹੀਂ ਪਤਾ ਹੁੰਦਾ ਕਿ ਨਾਮ ਸਿਮਰਨ ਕੀ ਹੈ, ਇਹ ਮਨੁੱਖਾ ਜਨਮ ਕੀ ਹੈ, ਕੁਝ ਨਹੀਂ ਪਤਾ ਹੁੰਦਾ। ਸਿਰਫ ਉਹਨੂੰ ਆਪਣੀ ਮਾਂ ਜਿਹੜੀ ਹੈ ਉਹ ਹੀ ਪਿਆਰੇ ਹੁੰਦੇ ਨੇ ਅਤੇ ਮਾਂ ਦੇ ਦੁੱਧ ਨਾਲ ਹੀ ਉਹਦਾ ਜਿਹੜਾ ਉਹ ਪ੍ਰੇਮ ਹੁੰਦਾ ਹੈ। ਖੀਰ ਪੀਐ ਖਿਲਾਈਐ ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ। ਖੀਰ, ਖੀਰ ਦਾ ਅਰਥ ਦੁੱਧ। ਪੀਐ ਪੀਂਦਾ, ਕਿ ਹੇ ਵਣਜਾਰੀ ਮਿੱਤਰ, ਬਾਲ ਉਮਰੀ ਜੀਵ ਮਾਂ ਦਾ ਦੁੱਧ ਪੀਂਦਾ ਹੈ ਤੇ ਖਿਲਾਈਐ, ਅਤੇ ਖੇਡਾਂ ਵਿੱਚ ਹੀ ਖੇਡਦਾ ਰਹਿੰਦਾ ਹੈ, ਖੇਡਦਾ ਰਹਿੰਦਾ ਹੈ, ਆਪਣਾ ਜੀਵਨ ਇਸੇ ਸਮੇਂ ਦੇ ਵਿੱਚ ਬਤੀਤ ਕਰਦਾ ਹੈ। ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਤੇ ਉਸ ਉਮਰ ਵਿੱਚ ਮਾਪਿਆਂ ਦਾ ਆਪਣੇ ਪੁੱਤਰ ਨਾਲ ਬੜਾ ਜਿਹੜਾ ਹੈ ਉਹ ਪ੍ਰੇਮ ਹੁੰਦਾ ਹੈ। ਸੁਤ ਹੇਤ, ਬੜਾ ਹੇਤ ਕਰਦੇ ਹੈ, ਬੜਾ ਪ੍ਰੇਮ ਹੈ ਜਿਹੜਾ ਆਪਣੇ ਮਾਂ ਪਿਓ ਦੇ ਨਾਲ ਹੁੰਦਾ ਹੈ। ਮਾਤ ਪਿਤਾ ਸੁਤ ਨੇਹ ਕਨੇਰਾ, ਮਾਇਆ ਮੋਹ ਸਬਾਈ। ਪਾਤਸ਼ਾਹ ਜੀ ਆਖਣ ਲੱਗੇ ਕਿ ਮਾਂ ਪਿਓ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਤ ਪਿਤਾ ਸੁਤ ਨੇਹ ਕਨੇਰਾ, ਕਨੇਰੇ ਤੋਂ ਅਰਥ ਬਹੁਤ ਜ਼ਿਆਦਾ, ਕਨੇਰਾ ਕਿ ਬਹੁਤ ਜ਼ਿਆਦਾ, ਅਤੇ ਮਾਇਆ ਮੋਹ ਸਬਾਈ, ਸਬਾਈ ਤੋਂ ਭਾਵ ਸਾਰੀ, ਕਿ ਮਾਇਆ ਦਾ ਇਹ ਮੋਹ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਹੈ ਉਹ ਵਿਆਪ ਰਿਹਾ ਹੈ। ਕਿ ਜਿਵੇਂ ਮਾਂ ਪੁੱਤ ਦਾ, ਮਾਂ ਪਿਓ ਦਾ ਪੁੱਤਰ ਨਾਲ ਪ੍ਰੇਮ ਹੈ, ਆਪਣੇ ਬੱਚੇ ਨਾਲ ਪ੍ਰੇਮ ਹੈ, ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਜਿਹੜਾ ਇਹ ਮੋਹ ਹੈ ਉਹ ਵਿਆਪ ਰਿਹਾ ਹੈ। ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ। ਸੰਜੋਗੀ, ਸੰਯੋਗ ਦੇ ਨਾਲ
कि जीव ने अपने पहले कीते कर्मां दा जो संग्रह कमाया है, भाव जो कर्म पहला जीव करता है ਅਤੇ ਉਹਨਾਂ ਦੇ ਸੰਯੋਗ ਅਨੁਸਾਰ ਫਿਰ ਉਹ ਅੱਗੇ ਜਿਹੜਾ ਹੈ ਆਉਂਦਾ ਹੈ ਅਤੇ ਇੱਥੇ ਆ ਕੇ ਮੁੜ ਉਹਨਾਂ ਅਨੁਸਾਰ ਕਰਨੀ ਕਾਰ ਜਿਹੜਾ ਹੈ ਉਹ ਕਰਦਾ ਹੈ, ਕਾਰ ਕਮਾਉਂਦਾ ਹੈ ਕਿ ਜੈਸੇ ਉਹ ਬੀਜ ਬੀਜਦਾ ਹੈ, ਜੈਸੇ ਕਰਮ ਕਰਦਾ ਹੈ, ਉਹ ਜਿਹੀ ਜਿਹੜਾ ਹੈ ਇੱਥੇ ਆ ਕੇ ਕਰਮ ਕਰਦਾ ਹੈ। ਬਹੁਤੀ ਵਾਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਚੀਜ਼ ਨੂੰ ਵੀ ਜਿਹੜਾ ਹੈ ਉਹ ਬੜੇ ਤਰੀਕੇ ਦੇ ਨਾਲ ਸਮਝਾਇਆ ਹੈ, ਕਿਉਂਕਿ ਲੁਕਾਈ ਮੰਨਣ ਵਾਲੀ ਇਹੀ ਸੀ ਕਿ ਭਾਈ ਜਿਹੜੇ ਪਿਛਲੇ ਜਨਮ 'ਚ ਕਰਮ ਕਰਕੇ ਆਇਆ ਉਹਨਾਂ ਦਾ ਹੀ ਫਲ ਤੈਨੂੰ ਇੱਥੇ ਮਿਲਣਾ, ਐਸਾ ਵੀ ਸਮਝਾਉਂਦੇ। ਪਰ ਗੁਰਬਾਣੀ ਪ੍ਰੈਜ਼ੈਂਟ ਵਰਤਮਾਨ ਸਮੇਂ ਦੀ ਗੱਲ ਕਰਦੀ ਹੈ ਕਿ ਜੇ ਵਰਤਮਾਨ ਤੇਰਾ ਸੁਧਰ ਜਾਏਗਾ, ਅਗਲਾ ਤੇ ਤੇਰਾ ਸੁਧਰੇਗਾ, ਪਿਛਲਾ ਵੀ ਤੇਰਾ ਜਿਹੜਾ ਹੈ ਲੇਖਾ ਉਹ ਵੀ ਸੁਧਰ ਜਾਏਗਾ, ਭਾਵ ਸਾਰੇ ਸਮੇਂ ਜਿਹੜੇ ਆ ਤੇਰੇ ਉਹ ਸਫਲੇ ਹੋ ਜਾਣਗੇ। ਇਸੇ ਕਰਕੇ ਪਾਤਸ਼ਾਹ ਜੀ ਵਾਰ-ਵਾਰ ਸਮਝਾਉਂਦੇ ਹੈ ਕਿ ਭਾਈ ਮਨੁੱਖਾ, ਜੇ ਤੂੰ ਮੰਨਦਾ ਹੈ ਨਾ, ਜੇ ਤੂੰ ਮੰਨਦਾ ਕਿ ਪਿਛਲਾ ਕੋਈ ਜਨਮ ਹੁੰਦਾ ਤਾਂ ਸਮਝ ਲੈ ਕਿ ਮਾਲਕ ਨੇ ਤੈਨੂੰ ਤੇਰੇ ਚੰਗੇ ਕਰਮਾਂ ਦੇ ਕਰਕੇ ਮਨੁੱਖਾ ਦੇਹੀ ਦਿੱਤੀ ਹੈ, ਤੇ ਇਸ ਕਰਕੇ ਹੁਣ ਇੱਥੇ ਫਿਰ ਆ ਕੇ ਆਪਣੀ ਕਿਰਤਕਾਰ ਕਰਨੀ ਕਰ ਕਿ ਚੰਗੇ ਭਾਗੀ ਹੋਣਗੇ ਤਾਂ ਹੀ ਮਾਲਕ ਨੇ ਮਨੁੱਖਾ ਦੇਹੀ ਬਖਸ਼ੀ ਹੈ ਨਾ। ਇਸ ਕਰਕੇ ਰੱਬ ਦਾ ਨਾਮ ਜਪ, ਧਿਆ ਜੋੜੋ ਦੇ ਨਾਲ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰਾਮ ਨਾਮ ਬਿਨ ਮੁਕਤ ਨ ਹੋਈ, ਬੁੱਢੀ ਦੂਜੈ ਹੇਤ। ਹੇਤ ਸ਼ਬਦ ਇੱਥੇ ਸਿਹਾਰੀ ਨਾਲ ਆਇਆ ਹੈ ਤੇ ਪਿੱਛੇ ਆਇਆ ਸੀ ਸ਼ਬਦ ਮਾਤ ਪਿਤਾ ਸੁਤ ਹੇਤ। ਪਿੱਛੇ ਔਂਕੜ ਨਾਲ ਹੈ, ਇੱਥੇ ਸਿਹਾਰੀ ਨਾਲ ਹੈ। ਕੀ ਫਰਕ ਹੈ ਦੋਵਾਂ ਦੇ ਵਿੱਚ ਜੀ? ਔਂਕੜ ਨਾਲ ਕੀ ਅਰਥ ਹੈ? ਹਾਂਜੀ, ਇੱਕ ਵਚਨ ਪੁਲਿੰਗ ਹੈ, ਠੀਕ ਹੈ। ਅਰਥ ਕੀ ਹੈ? ਪ੍ਰੇਮ ਪਿਆਰ ਹੈ, ਠੀਕ ਹੈ ਜੀ। ਹੁਣ ਇੱਥੇ ਬੂਢੀ ਦੂਜਾ ਹੇਤ, ਹਾਹੇ ਨੂੰ ਲਾਂ ਤੇ ਤੱਤੇ ਨੂੰ ਸਿਹਾਰੀ ਹੈ। ਇੱਥੇ ਸਿਹਾਰੀ ਕਾਹਦੇ ਕਰਕੇ ਲੱਗੀ ਹੋਈ ਹੈ? ਸੰਬੰਧਕ ਰੂਪ ਦੇ ਵਿੱਚ ਕਿ ਮੋਹ ਵਿੱਚ, ਹੇਤ ਵਿੱਚ, ਪ੍ਰੇਮ ਵਿੱਚ। ਦੂਜਾ ਹੇਤ ਭਾਵ ਦੂਜੇ ਹੇਤ ਦੇ ਵਿੱਚ ਕਿਸੇ ਦੂਜੇ ਦੇ ਨਾਲ ਜਿਹੜਾ ਉਹ ਪਿਆਰ ਉਪਾਇਆ ਹੋਇਆ ਹੈ, ਪ੍ਰੇਮ ਜਿਹੜਾ ਹੈ ਮੋਹ ਦੇ ਵਿੱਚ। ਰਾਮ ਨਾਮ ਬਿਨ ਮੁਕਤ ਨਾ ਹੋਈ। ਪਾਤਸ਼ਾਹ ਜੀ ਆਖਣ ਲੱਗੇ ਦੁਨੀਆ ਮਾਇਆ ਦੇ ਮੋਹ ਵਿੱਚ ਡੁੱਬ ਰਹੀ ਹੈ। ਬੁੱਢੀ ਦੂਜਾ ਹੇਤ, ਬੁੱਢੀ ਤੋਂ ਭਾਵ ਡੁੱਬਣਾ, ਡੁੱਬ ਰਹੀ ਹੈ। ਦੂਜਾ ਹੇਤ ਮਾਇਆ ਦੇ ਨਾਲ ਪ੍ਰੇਮ ਕਰਕੇ, ਮਾਇਆ ਦੇ ਮੋਹ ਦੇ ਵਿੱਚ। ਦੋ ਹੀ ਚੀਜ਼ਾਂ ਦੀ ਆਪਾਂ ਗੱਲ ਕਰਦੇ ਹਾਂ। ਗੁਰਬਾਣੀ ਵੀ ਇੱਕ ਮਾਇਆ ਹੈ ਤੇ ਇੱਕ ਮਾਲਕ ਹੈ। ਇੱਕ ਪਾਸੇ ਮਾਲਕ ਹੈ, ਦੂਜੇ ਪਾਸੇ ਮਾਇਆ। ਜਿਹੜਾ ਮਾਇਆ ਦੇ ਨਾਲ ਜੁੜ ਜਾਂਦਾ ਫਿਰ ਉਹ ਡੁੱਬਦਾ ਰਹਿੰਦਾ ਹੈ, ਉਹ ਭਟਕਦਾ ਰਹਿੰਦਾ ਹੈ। ਇਸ ਕਰਕੇ ਦੂਜਾ ਹੇਤ ਕਿ ਮਾਇਆ, ਮਾਲਕ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਪਾਉਣਾ ਵਿਕਾਰਾਂ ਦੇ ਨਾਲ, ਮਾਇਆ ਦੇ ਨਾਲ, ਇਹ ਫਿਰ ਜੀਵ ਦਾ ਭਟਕਣਾ, ਡੁੱਬਣਾ ਹੀ ਹੈ। ਸਤਿਗੁਰੂ ਜੀ ਆਖਣ ਲੱਗੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਸ ਮੋਹ ਵਿੱਚੋਂ ਖਲਾਸੀ ਨਹੀਂ ਹੋ ਸਕਦੀ। ਰਾਮ ਨਾਮ ਬਿਨ ਮੁਕਤ ਨਾ ਹੋਈ, ਕਿ ਮੁਕਤੀ ਨਹੀਂ ਹੋ ਸਕਦੀ। ਇਸ ਮਾਇਆ ਦੀ ਚੁੰਗਲ ਦੇ ਵਿੱਚੋਂ, ਮਾਇਆ ਦੇ ਜਾਲ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ ਜਿੰਨਾ ਚਿਰ ਉਸ ਮਾਲਕ ਦੇ ਨਾਮ ਨਾਲ ਸਾਂਝ ਨਾ ਪਾਈ ਜਾਵੇ। ਇੱਥੇ ਹੁਣ ਰਾਮ ਨਾਮ ਸ਼ਬਦ ਹੈ। ਰਾਮ ਸ਼ਬਦ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਅਕਾਲ ਪੁਰਖ ਪਰਮੇਸ਼ਰ ਜੀ ਦੇ ਲਈ ਵਰਤਿਆ ਗਿਆ ਹੈ। ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਅਕਾਲ ਪੁਰਖ ਹੈ, ਉਸ ਦੇ ਲਈ। ਦਸ਼ਰਥ ਦੇ ਪੁੱਤਰ ਸ੍ਰੀ ਰਾਮ ਚੰਦਰ ਜੀ ਦੇ ਲਈ ਇਹ ਸ਼ਬਦ ਨਹੀਂ ਹੈ। ਹਾਂ, ਕੁਝ ਵਾਰ ਜਿਹੜਾ ਉਹ ਵਰਤਿਆ ਵੀ ਗਿਆ ਹੈ, ਜਿਵੇਂ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਉੱਥੇ ਰਾਮ ਦਾ ਅਰਥ, ਕਿਉਂਕਿ ਰਾਵਣ ਵੀ ਆ ਰਿਹਾ ਨਾਲ, ਕਿ ਰਾਮ ਵੀ ਚਲਾ ਗਿਆ ਹੈ ਤੇ ਰਾਵਣ ਵੀ ਚਲਾ ਗਿਆ, ਸਾਰਿਆਂ ਨੇ ਚਲੇ ਜਾਣਾ। ਜਾਂ ਰੋਵੈ ਰਾਮ ਨਿਕਾਲਾ ਪਿਆ, ਦ੍ਰਿਸ਼ਟਾਂਤ ਹੈ ਉੱਥੇ ਵੀ। ਸੀਤਾ ਲਕਸ਼ਮਣ ਵਿਛੜ ਗਿਆ, ਕਿ ਜਦੋਂ ਵਿਛੜ ਗਿਆ, ਪਹਿਲਾਂ ਹੈ ਕਿ ਘਰ ਦੇ ਵਿੱਚੋਂ ਉਹਨੂੰ ਬਨਵਾਸ ਦੇ ਲਈ ਭੇਜ ਦਿੱਤਾ, ਫਿਰ ਹੋਰ ਔਕੜ ਆਈ ਤੇ ਸੀਤਾ ਤੇ ਲਕਸ਼ਮਣ ਨਾਲੋਂ ਉਹ ਵਿਛੜ ਗਏ। ਕਿ ਇਸ ਤਰੀਕੇ
ਕਹਿਣ ਤੋਂ ਭਾਵ ਜਿੱਥੇ ਨਾਲ ਇੱਕ ਪੁਰਾਤਨ ਘਟਨਾ ਦਾ ਜ਼ਿਕਰ ਹੋਏਗਾ ਉੱਥੇ ਰਾਮ ਦਾ ਅਰਥ ਰਾਮ ਜਿਹੜਾ ਉਹ ਹੋ ਸਕਦਾ ਹੈ। ਕਈ ਥਾਵਾਂ ਤੇ ਰਾਮ ਮਾਲਕ ਵਾਸਤੇ ਉੱਥੇ ਸ਼ਬਦਾਂ ਦੇ ਵਿੱਚ ਵੀ ਵਰਤਿਆ ਗਿਆ ਹੈ। ਖੈਰ, ਕਉ ਨਾਨਕ ਪ੍ਰਾਣੀ ਪਹਿਲੇ ਪਹਿਰੈ ਛੂਟਹਿਗਾ ਹਰ ਚੇਤ। ਕਿਹ ਨਾਨਕ ਆਖ ਕਿਹ ਜੀਵ ਕਿ ਜ਼ਿੰਦਗੀ ਦੀ ਰਾਤ ਦੇ ਪਹਿਲੇ ਪੈਰ ਵਿੱਚ ਤੂੰ ਬੇਪਰਵਾਹ ਹੈ, ਬੜਾ ਬੇਪਰਵਾਹ ਹੈ ਅਤੇ ਪਰਮਾਤਮਾ ਦਾ ਸਿਮਰਨ ਕਰ। ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ ਬਚੇਂਗਾ। ਛੂਟੇਂਗਾ ਹਰ ਚੇਤ, ਉਸ ਮਾਲਕ ਨੂੰ ਧਿਆ ਤਾਂ ਮਾਇਆ ਦੇ ਮੋਹ ਤੋਂ ਬਚੇਂਗਾ। ਇਹ ਹੈ ਤੇਰੇ ਵਾਸਤੇ। ਦੂਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਪਰ ਜੋਬਨ ਮੈਂ ਮਤ। ਭਰ ਜੋਬਨ, ਭਰੀ ਜਵਾਨੀ ਵਿੱਚ, ਮੈਂ ਮਤ ਭਾਵ ਮੈਂ ਤੋਂ ਭਾਵ ਸ਼ਰਾਬ। ਸਤਿਗੁਰੂ ਜੀ ਆਖਣ ਲੱਗੇ ਕਿ ਹੇ ਮਾਲਕ ਦੇ ਨਾਮ ਦਾ ਵਣਜ ਕਰਨ ਆਏ ਜੀਵ ਮਿੱਤਰ, ਵਣਜਾਰਿਆ ਮਿੱਤਰਾ, ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਭਰ ਜਵਾਨੀ ਦੇ ਕਾਰਨ ਜੀਵ ਦੀ ਮੱਤ ਜਿਹੜੀ ਅਕਲ ਇਉਂ ਹੋ ਜਾਂਦੀ ਹੈ ਜਿਵੇਂ ਸ਼ਰਾਬ ਵਿੱਚ ਗੁੱਟ ਹੈ। ਕਿ ਉਹਦੀ ਮੱਤ ਇਸ ਤਰ੍ਹਾਂ ਹੁੰਦੀ ਹੈ ਜਵਾਨੀ ਦੇ ਵਿੱਚ, ਉਹ ਕਿਸੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ, ਆਖਦਾ ਹੈ ਕਿ ਬਸ ਮੈਂ ਹੀ ਹਾਂ, ਜੋ ਹੋਰ ਕੋਈ ਹੈ ਹੀ ਨਹੀਂ ਮੇਰੇ ਬਰਾਬਰ ਦਾ। ਕਿ ਜਵਾਨੀ ਦੇ ਕਰਕੇ ਬਹੁਤ ਸਾਰੇ ਐਸੇ ਕਾਰਜ ਵੀ ਕਰਦਾ ਹੈ ਜਿਨ੍ਹਾਂ ਨੂੰ ਕਈ ਵਾਰ ਬਹੁਤੀ ਵਾਰ ਤੇ ਆਪਣੀ ਅਣਖ ਸੰਗਦਾ ਹੈ ਤੇ ਬਹੁਤੀ ਵਾਰ ਆਪਣਾ ਤਾਨ ਸਮਝਦਾ ਕਿ ਮੇਰਾ ਜ਼ੋਰ ਹੈ ਮੈਂ ਤੇ ਕਰਾਂਗਾ। ਖੈਰ, ਕਿ ਜਵਾਨੀ ਦੇ ਕਰਕੇ ਮਤ ਦਾ ਜਿਹੜਾ ਉਹ ਹੰਕਾਰ ਕਰਦਾ ਹੈ, ਉਹਦੇ ਵਿੱਚ ਹੀ ਆਪਣੀ ਜਵਾਨੀ ਦੇ ਵਿੱਚ ਹੀ ਜਿਹੜਾ ਉਹ ਮਸਤ ਰਹਿੰਦਾ ਹੈ। ਅਹਨਿਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦੁਲੇ ਨਾਮ ਨ ਚਿੱਤ। ਹੁਣ ਵੇਖੋ ਸਤਿਗੁਰੂ ਜੀ ਰਹਿਮਤ ਕਰਦੇ ਕਿ ਜਵਾਨੀ ਦੇ ਵਿੱਚ ਫਿਰ ਤੂੰ ਆ ਕਰਕੇ ਇਹ ਜੀਵ ਇਹ ਨਿਸ, ਕੀ ਅਰਥ ਹੈ ਜੀ ਇਹ ਅਤੇ ਨਿਸ ਦਾ? ਦਿਨ ਤੇ ਰਾਤ ਭਾਵ ਸਦਾ ਹੀ, ਕਿ ਜਿੰਨਾ ਚਿਰ ਤੂੰ ਜਵਾਨੀ ਦੇ ਵਿੱਚ ਰਹਿਣਾ ਹੈ। ਕਾਮ ਵਿਆਪਿਆ, ਕਿ ਕਾਮ ਵਾਸ਼ਨਾ ਵਿੱਚ ਹੀ ਤੂੰ ਜਿਹੜਾ ਹੈ ਉਹ ਦੱਬਿਆ ਰਹਿਣਾ, ਕਾਮ ਵਾਸ਼ਨਾ ਤੇਰੇ ਉੱਤੇ ਹਾਵੀ ਜਿਹੜੀ ਉਹ ਹੋਈ ਰਹਿੰਦੀ ਹੈ। ਅੰਦੁਲੇ ਨਾਮ ਨਾ ਚਿੱਤ, ਅਤੇ ਕਾਮ ਵਿੱਚ ਅੰਨੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿੱਚ ਟਿਕਾਉਣ ਦੀ ਸੁਰਤ ਨਹੀਂ ਰਹਿੰਦੀ, ਧਿਆਨ ਹੀ ਨਹੀਂ ਲਾਉਂਦਾ ਇਸ ਪਾਸੇ। ਗੁਰੂ ਦੇ ਕੋਲ ਜਾ ਕੇ ਵੀ ਕਈ ਵਾਰ ਇਹ ਕਾਮ ਦੇ ਵਿੱਚ ਹੀ ਰਹਿੰਦਾ ਹੈ, ਧਿਆਨ ਇਹਦਾ ਉਧਰ ਇਤਨਾ ਜਿਹੜਾ ਹੈ ਜ਼ਿੰਦਗੀ ਦੇ ਦੂਜੇ ਪਹਿਰ ਵਿੱਚ ਭਾਵ ਜਦੋਂ ਜਵਾਨੀ ਵਿੱਚ ਹੁੰਦਾ ਹੈ, ਇੰਨਾ ਇਹ ਜਿਹੜਾ ਹੈ ਉਹ ਕਾਮ ਦੇ ਵਿੱਚ ਜਿਹੜਾ ਮਸਤ ਹੋ ਜਾਂਦਾ ਹੈ, ਦੱਬਿਆ ਜਾਂਦਾ ਹੈ। ਕਿ ਸੰਸਾਰ ਦੇ ਵਿੱਚ ਅਸੀਂ ਅੱਜ ਦੇਖਦੇ ਹਾਂ ਕਿ ਬਹੁਤਾ ਜਿਹੜਾ ਹੈ ਰੌਲਾ ਹੈ, ਜਾਂ ਕਹਿ ਦਈਏ ਕਿ ਇਸੇ ਚੀਜ਼ ਦਾ ਹੀ ਹੈ, ਇਸੇ ਕਰਕੇ ਹੀ ਜਿਹੜੇ ਹੈ ਉਹ ਬਹੁਤਾ ਸਮਾਂ ਜਿਹੜਾ ਬਰਬਾਦ ਹੋ ਰਿਹਾ, ਬਹੁਤੀਆਂ ਜਵਾਨੀਆਂ ਬਰਬਾਦ ਹੋ ਰਹੀਆਂ ਨੇ, ਕਿਉਂਕਿ ਮੱਤ ਇਧਰਲੇ ਪਾਸੇ ਟਿਕੀ ਹੋਈ, ਕੁਝ ਹੋਰ ਸੋਚਣ ਨਹੀਂ ਦਿੰਦੀ ਹੈ। ਖੈਰ, ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ। ਹੁਣ ਵੇਖੋ, ਰਾਮ ਨਾਮ ਘਟ ਅੰਤਰ ਨਾਹੀ, ਘਟ ਦੇ ਅੰਦਰ, ਕਿ ਪਾਤਸ਼ਾਹ ਜੀ ਆਖਣ ਲੱਗੇ ਪ੍ਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿੱਚ ਨਹੀਂ ਵਸਦਾ, ਰਾਮ ਨਾਮ ਘਟ ਅੰਤਰ ਨਾਹੀ ਨਹੀਂ ਵਸਦਾ ਹੈ। ਹੋਰ ਜਾਣੈ ਰਸ ਕਸ ਮੀਠੇ, ਰਸ ਅਤੇ ਕਸ ਦੋਵੇਂ ਔਂਕੜ ਤੋਂ ਮੁਕਤ ਨੇ। ਕੀ ਅਰਥ ਹੋਣਗੇ ਜੀ? ਬਹੁ ਵਚਨ ਹੋਣਗੇ ਜਾਂ ਇੱਕ ਵਚਨ ਹੋਣਗੇ? ਇੱਕ ਰਸ ਜਾਂ ਇੱਕ ਸਵਾਦ ਦੀ ਗੱਲ ਹੋਈ, ਜਾਂ ਬਹੁਤੇ ਰਸਾਂ ਸਵਾਦਾਂ ਦੀ ਗੱਲ?
कि फिर जवानी दे विच आ करके मालक दे नाम नूं नहीं ध्याउंदा, बहुते रसां दे विच जिहड़ा वो पै जांदा है कि कोई भावें कोई मिठा कि किसे कि होर नाम तो बिना है जिहड़े वो रसां स्वादां दे विच जिहड़ा है वो अपना चित जोड़दा है, मालक वाले पासे नहीं। हुण स्वाद कल्ले ये ना समझ लिओ कि कल्ले खाण पीण वालियां वस्तुआं दी गल है। कोई भी ऐसा विचार भी साडे एक स्वाद वर्गे हुंदे है, चुगली भी स्वाद वर्गी हुंदी है कि कईयां नूं हुंदा कि जिन्ना चिर चुगली सुनना जां करना उन्ना चिर उन्हां नूं स्वाद ही नहीं आउंदा, जिन्ना चिर कोई गल वधा चढ़ा के करना लई जाए उन्ना चिर स्वाद ही नहीं आउंदा। ये भी एक की है, ये माड़ा रस है रस पर समझ नहीं आउंदी क्योंकि गुरु दा शब्द मालक दा नाम कोल नहीं है, हिरदे दे विच नहीं है। खाण वाले पदार्थां दी गल, ऐसे पदार्थ भी खा लैंदा है जिहदे करके लगदा तो है कि बड़ा चटपटा है जां कह लईए कि बड़ा तलिया आद है। आम असीं देखदे हां ना कि सब तो वड्डा काम है जिहड़ा फूड दे विच हुंदा है, खास करके ते जिन्ना इन्हां दे विच हुंदा है उन्ने ज़्यादा डॉक्टर पैदा हुंदे, क्योंकि कई बार देखिए बहुत सारे चंगे रेस्टोरेंट भी होणगे, चंगे होटल भी होणगे, पर हद तो ज़्यादा गिनती उन्हां दी है जिहड़े सवेरे एक वारी तेल पा लेंदे कढ़ाई च, शाम नूं उही ठंडा करके पीपे च पा दिंदे है, सारी दिहाड़ी उसे विचों उन्हां ने वो चीज़ां कोई ब्रैड कढ़ लई, समोसा कढ़ लिया, वो बना लिया, वो बना लिया, वो बना लिया। की है वो लगते तो है कि सानू बड़े स्वाद होणगे, पर वो बाद विच पता लगदा कि किन्ने क स्वाद है। किसी नूं कुछ हो गया, किसी नूं कुछ हो गया, कित्थों हुंदा है? इत्थों ही हुंदा है। बड़ा सोहना एक लेख मैनूं लगभग 2 साल पहलां पढ़न नूं जिहड़ा मिलिया कि जिन्नियां ये फास्ट फूड आदियां रेहड़ियां दुकानां ज़्यादियां होणगीਆਂ ना, उन्ने हस्पताल दे विच मरीज़ वध होणगे। डॉक्टर भी कदे नहीं चाहेगा कि ये बंद हो जाण, आखदा जरूर है कि भाई तलिया नहीं खाना, उन्ने क दिन नहीं खाधा जाएगा। जिहड़े चटपटे हुंदे ज़्यादातर, जिहड़े मस्ते हुंदे कि नहीं तो असीं खाना ही खाना है, की हुंदा है दोबारा फिर उस तरीके दे नाल साडा शरीर अंदरों गंदा हुंदा रहिंदा है। खैर कि माड़े स्वादां दे विच जिहड़ा है वो माड़े स्वादां नूं रसां नूं जिहड़ा है वो माणदा है। ज्ञान ध्यान गुण संजम नाही, जन्म मरहोगे झूठे। सतगुरु पातशाह जी आखन लगे ज्ञान ध्यान गुण संजम नाही के हे झूठे मोह विच जन्म मरहोगे झूठे, कि हे झूठे मोह विच फसे जीव तू परमात्मा नाल जान पछाण नहीं पाई। भाव दे ज्ञान ध्यान दे विच नहीं, तू भाव दे नाल जान पछाण जिहड़ा वो नहीं कीते, प्रभु चरनां विच तेरी सुरत नहीं अते परमात्मा दे गुण याद नहीं कीते, तू जुड़िया नहीं उहदे गुणां दे विच, उहदी रज़ा दे विच। इंद्रियां नूं विकारां वल्लों संजम तो भाव इंद्रियां नूं विकारां वल्लों रोकण दा उद्यम तू कीता नहीं गुरु दे शब्द राहीं। इस दा नतीजा ये होवेगा कि तू जन्म मरण दे गेड़ विच पै जाएगा। सही है ना कि एक मेरा निजी एक्सपीरियंस जिन्हों कह दिए, क्योंकि हो सकता है कई बार आख्या जाता है कि शायद टैक्नोलॉजी के करके बाबा शायद अपडेट नहीं होया। कन्नां दे विच एक छोटियां छोटियां टूटियां मिलदियां लाउण वालियां, जिन्हों असीं ब्लूटूथ बोलते हैं कि फोन दे नाल जुड़िया सीधा कंन दे नाल लग्गिया। वधिया कंपनी दे मेरे किसी रिश्तेदार वालों मैनूं दिते गए, मैं खरीद ले कि चलो दुनिया सारी लाई फिरदी आपां भी ला लईए। वो लगातार 1 महीना लगभग यूज़ किए और ये चीज़ सुन होण लग गई मेरी, और दिमाग है जिहड़ा वो बिल्कुल टिका तो परा हो गया, नींद खत्म होनी शुरू हो गई और टिका बनों हट गया। टिका नहीं बनता सी। कहण तो भाव है कि इस चीज़ दे विच शायद ये चंगा लगता है, ये नहीं टैक्नोलॉजी वरतनी नहीं चाहिए है, पर हद तो ज़्यादा जिहड़ा है कि इहदा
ਯੂਜ਼ ਹੈ ਉਹ ਵੀ ਸਾਡੇ ਵਾਸਤੇ ਮਾੜਾ ਹੈ। ਇਸੇ ਕਰਕੇ ਹੁਣ ਇੱਥੇ ਕੀ ਹੈ ਕਿ ਰੋਕਣ ਦਾ ਯਤਨ ਨਹੀਂ ਕੀਤਾ, ਸਗੋਂ ਹੋਰ ਇਸ ਦੇ ਵਿੱਚ ਚਲੇ ਗਏ। ਉਹਦੇ ਨਾਲ ਕੀ ਹੋ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵਰਤਦੇ ਹੋਏ ਹੋਰ ਭਟਕਣਾ ਦੇ ਵਿੱਚ ਪੈ ਗਏ, ਕਿ ਹੋਰ ਡੂੰਘੇ ਚਲੇ ਗਏ। ਜੇ ਕੁਝ ਗਲਤ ਖਾ ਪੀ ਲਿਆ ਤੇ ਉਹਦੇ ਨਾਲ ਕੀ ਹੋਏਗਾ ਕਿ ਸਾਡੀ ਸਿਹਤ ਖਰਾਬ ਹੋ ਸਕਦੀ ਹੈ, ਅਤੇ ਉਹਦੇ ਨਾਲ ਕੀ ਅਸੀਂ ਫਿਰ ਟਿਕ ਸਕਾਂਗੇ? ਭਾਵੇਂ ਡੇਲੀ ਗੁਰਦੁਆਰਾ ਸਾਹਿਬ ਆਉਣ ਦੀ ਗੱਲ ਹੀ ਹੋਵੇ, ਜਾਂ ਨਿਤ ਸਵੇਰੇ ਸ਼ਾਮ ਅਸੀਂ ਅੰਮ੍ਰਿਤ ਵੇਲੇ ਔਰ ਸ਼ਾਮ ਵੇਲੇ ਨਿਤਨੇਮ ਕਰਦੇ ਆ। ਜਿਸ ਦਿਨ ਬਿਮਾਰ ਹੋਈਦਾ ਉਸ ਦਿਨ ਸਾਡਾ ਉੱਠਣ ਨੂੰ ਜੀ ਕਰਦਾ ਹੈ। ਕਾਰਨ ਕੋਈ ਤਾਂ ਕਾਰਨ ਹੁੰਦਾ ਨਾ, ਸਾਡੀ ਸਿਹਤ ਢਿੱਲੀ ਹੁੰਦੀ ਹੈ। 10% ਅਜਿਹੇ ਹੁੰਦੇ ਜਿਹੜੇ ਨੈਚੁਰਲੀ ਹੁੰਦੇ, 90% ਕਾਰਨ ਸਾਡੇ ਕਰਕੇ, ਆਪਣੇ ਖਾਣ ਪੀਣ ਜਾਂ ਰਹਿਣ ਸਹਿਣ ਕਰਕੇ ਸਿਹਤ ਖਰਾਬ ਹੁੰਦੀ ਹੈ। ਖੈਰ, ਇੱਕ ਵੱਖਰਾ ਵਿਸ਼ਾ ਹੈ ਕਿ ਹਮੇਸ਼ਾ ਫਿਰ ਮਨੁੱਖ ਇੱਥੇ ਭਟਕਦਾ ਹੀ ਰਹਿੰਦਾ ਹੈ। ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ। ਕਰਮ ਧਰਮ ਨਹੀਂ ਪੂਜਾ, ਕਿ ਉੱਚਾ ਆਤਮਿਕ ਜੀਵਨ ਬਣਾਉਣ ਵਾਲੀ ਸੇਵਾ ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ। ਕਰਮ ਧਰਮ ਨਹੀਂ ਪੂਜਾ, ਕਿ ਇਹ ਜਿਹੜੇ ਸੇਵਾ ਸਿਮਰਨ ਦੇ, ਭਗਤੀ ਕਰਨ ਦੇ, ਜਿਹੜੇ ਆਤਮਿਕ ਜੀਵਨ ਨੂੰ ਉੱਚਾ ਬਣਾਉਂਦੇ ਨੇ, ਉਹ ਤਾਂ ਦੂਰ ਰਹੇ। ਆਖਣ ਲੱਗੇ ਕਾਮ ਵਿੱਚ ਮੱਤਾ ਹੋਇਆ ਜੀਵ, ਤੀਰਥ ਵਰਤ ਸੁਚਮਤਾ ਸੰਜਮ ਪੂਜਾ ਆਦਿ ਕਰਮਕਾਂਡ ਦੇ ਨਾਂ ਤੇ ਵੀ ਜਿਹੜਾ ਹੈ ਉਹ ਧਰਮ ਵੀ ਨਹੀਂ ਕਮਾਉਂਦਾ ਹੈ। ਕਿ ਦੂਰ ਦੀ ਗੱਲ ਹੈ ਕਿ ਜਦੋਂ ਮਨੁੱਖ ਕੁਮੱਤ ਦੇ ਵਿੱਚ ਅੰਨਾ ਹੋ ਜਾਂਦਾ ਹੈ, ਪੁੱਠੀ ਮੱਤ ਧਾਰਨ ਕਰ ਲੈਂਦਾ ਹੈ, ਭਾਵੇਂ ਕਿ ਗੁਰੂ ਸਾਹਿਬ ਜੀ ਆਖਦੇ ਕਿ ਇਹ ਸਾਰੇ ਕਰਮਕਾਂਡ ਨੇ, ਪਰ ਪਾਤਸ਼ਾਹ ਜੀ ਆਖਣ ਲੱਗੇ ਆਤਮਿਕ ਜੀਵਨ ਬਣਾਉਣ ਦੀ ਤਾਂ ਦੂਰ ਦੀ ਗੱਲ ਹੈ ਕਿ ਅੰਦਰੋਂ ਜੁੜ ਜਾਏ ਮਾਲਕ ਦੇ ਸ਼ਬਦ ਵਿੱਚ। ਪਰ ਐਸਾ ਜਦੋਂ ਹੋ ਜਾਂਦਾ ਹੈ, ਕੰਮ ਵਿੱਚ ਵਿਆਪ ਜਾਂਦਾ ਹੈ, ਫਿਰ ਇਹ ਬਾਹਰੋਂ ਬਾਹਰੀ ਕੰਮ ਵੀ ਨਹੀਂ ਕਰਦਾ। ਕਹਿੰਦਾ ਕਿ ਨਹੀਂ ਮੈਥੋਂ ਨਹੀਂ ਹੋਣਾ ਇਹ, ਤੇ ਬਸ ਛੱਡੋ, ਮੈਨੂੰ ਤੇ ਹੋਰ ਕੰਮ ਬੜੇ ਹੈ। ਉਹ ਬਾਹਰੀ ਤੌਰ ਤੇ ਵੀ ਜਿਹੜਾ ਜੁੜਨ ਦਾ ਯਤਨ ਨਹੀਂ ਕਰਦਾ ਹੈ। ਨਾਨਕ ਭਾਏ ਭਗਤ ਨਿਸਤਾਰਾ, ਦੁਬਿਧਾ ਵਿਆਪੈ ਦੂਜਾ। ਹੇ ਨਾਨਕ, ਭਾਏ ਤੋਂ ਭਾਵ, ਹਾਂਜੀ ਭਾਏ ਸ਼ਬਦ, ਨਾਨਕ ਭਾਏ ਭਗਤ ਨਿਸਤਾਰਾ, ਪ੍ਰੇਮ। ਕਿ ਹੇ ਨਾਨਕ, ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਜਿਹੜੀ ਉਹ ਹੋ ਸਕਦੀ ਹੈ, ਤੇ ਇਸ ਕਾਮ ਵਾਸ਼ਨਾ ਤੋਂ ਜਿਹੜਾ ਮਾਲਕ ਹੀ ਉਹ ਬਚਾ ਸਕਦਾ ਹੈ। ਸਿਮਰਨ ਤੋਂ ਬਿਨਾ ਦੁਚਿੱਤਾਪਣ ਰੱਖਿਆ ਕਾਮ ਆਦਿਕ ਦੀ ਸ਼ਕਲ ਵਿੱਚ ਮਾਇਆ ਦਾ ਮੋਹ ਫਿਰ ਜ਼ੋਰ ਪਾਉਂਦਾ ਹੈ। ਕਿ ਜਦੋਂ ਦੁਚਿੱਤੀ ਹੋਏਗੀ ਨਾ ਮਨ ਦੇ ਵਿੱਚ, ਉਦੋਂ ਫਿਰ ਕੀ ਹੁੰਦਾ ਹੈ, ਜਿਹੜਾ ਮਾੜਾ ਵਿਚਾਰ ਹੁੰਦਾ ਹੈ ਉਹ ਆਪਣਾ ਜ਼ੋਰ ਜ਼ਿਆਦਾ ਪਾ ਲੈਂਦਾ ਹੈ, ਜਦੋਂ ਦੁਚਿੱਤੇਪਨ ਦੇ ਵਿੱਚ ਹੋਏਗਾ। ਤੇ ਜਦੋਂ ਇੱਕ ਪਾਸੇ ਹੋਈਏ ਕਿ ਬਸ ਸਾਡਾ ਤਾਂ ਆਹੀ ਰਸਤਾ ਹੈ, ਫਿਰ ਉਦੋਂ ਦੂਜਾ ਜਿਹੜਾ ਹੈ ਪਾਸਾ ਉਹ ਪ੍ਰਭਾਵ ਨਹੀਂ ਪਾ ਸਕਦਾ। ਪਰ ਜਦੋਂ ਦੁਚਿੱਤੀ ਹੋਏਗੀ, ਉਦੋਂ ਜਿਹੜਾ ਮਾੜਾ ਪਾਸਾ ਹੋਏਗਾ ਉਹ ਪ੍ਰਭਾਵ ਜ਼ਿਆਦਾ ਪਾਏਗਾ। ਇਹ ਸੱਚਾਈ ਹੈ ਕਿ ਕੋਈ ਵੀ ਦੋ ਚੀਜ਼ਾਂ ਹਨ, ਕਿ ਜਿਵੇਂ ਆਮ ਅਸੀਂ ਕੋਈ ਨੋਰਮਲ ਜੀ ਗੱਲ ਕਰ ਲਈਏ ਕਿ ਇੱਕ ਪਾਸੇ ਗੁਰਬਾਣੀ ਦਾ ਸ਼ਬਦ ਹੀ ਹੋਵੇ, ਭਾਵੇਂ ਗੁਰੂ ਸਾਹਿਬ ਦੀ ਗੱਲ ਹੋਏ, ਦੂਜੇ ਪਾਸੇ ਕੋਈ ਨਿੱਜੀ ਭਰਮ ਹੋਏ, ਨਿੱਜੀ ਵਹਿਮ ਹੋ ਜਾਏ ਕਿ ਆਹ ਇੰਜ ਕਰਨਾ ਚਾਹੀਦਾ, ਸਾਡੇ ਪੁਰਖੇ ਕਰਦੇ ਰਹੇ ਹੈ। ਇੱਕ ਪਾਸੇ ਗੁਰਬਾਣੀ ਦੀ ਗੱਲ ਆਈ ਹੋਵੇ, ਤੇ ਉਦੋਂ ਕੀ ਹੋਏਗਾ, ਦੁਚਿੱਤਾ ਦੇ ਵਿੱਚ ਹੋਏਗਾ, ਦੁਬਿਧਾ ਦੇ ਵਿੱਚ ਹੋਏਗਾ ਕਿ ਇਹ ਨਾ ਕੀਤਾ ਤੇ ਪਤਾ ਨਹੀਂ ਕੀ ਹੋ ਜਾਣਾ ਹੈ। ਗੁਰਬਾਣੀ ਤਾਂ ਆ ਵੀ ਕਹਿੰਦੀ ਹੈ, ਕੀ ਹੈ, ਦੁਚਿੱਤੀ ਦੇ ਵਿੱਚ ਹੁੰਦਾ ਮਨ, ਜਦੋਂ ਭਰੋਸਾ ਨਹੀਂ ਹੁੰਦਾ। ਦੁਬਿਧਾ ਉਦੋਂ ਹੀ ਪੈਦਾ ਹੁੰਦੀ ਨਾ ਜਦੋਂ ਪੂਰਨ ਭਰੋਸਾ ਨਹੀਂ ਹੈ। ਫਿਰ ਕੀ ਹੁੰਦਾ ਹੈ ਕਿ ਭਾਵੇਂ ਮੰਨ ਵੀ ਲਿਆ ਜਾਏ ਕਿ ਬਾਣੀ ਐ ਕਹਿੰਦੀ ਹੈ, ਫਿਰ ਕਿਸੇ ਨਾ ਕਿਸੇ ਕਾਰਨ ਮਨ ਦੇ ਵਿੱਚ ਡਰ ਫਿਰ ਵੀ ਹੁੰਦਾ ਹੈ ਕਿ ਆਪਾਂ ਕਰ ਤਾਂ ਲਿਆ। ਉਹ ਫਿਰ ਜਿਵੇਂ ਕਹਿੰਦੇ ਹੁੰਦੇ ਆ ਨਾ, ਜਦੋਂ ਡਰ ਹੋਵੇ ਨਾ, ਫਿਰ ਭਾਵੇਂ ਰਸੋਈ ਦੇ ਵਿੱਚ ਗਲਾਸ ਹੀ ਡਿੱਗ ਪਏ, ਓਏ ਹੋਏ ਹੋਏ ਹੋਏ, ਵੇਖਿਆ ਹੋ ਗਿਆ ਨਾ ਪੁੱਠਾ ਪਾਸਾ, ਅੱਗੇ ਭਾਵੇਂ ਡੇਲੀ ਡਿੱਗਦੇ ਹੋਣ, ਕਿ ਦਿਮਾਗ ਫਿਰ ਉਹੀ ਚੀਜ਼ ਨੋਟ ਕਰਦਾ ਹੈ ਜਿੱਧਰੋਂ ਡਾਊਨ ਪਾਸਾ ਆਉਂਦਾ ਹੈ, ਜਾਂ ਕੋਈ ਉੱਦਾਂ ਦੀ ਗੱਲ ਹੁੰਦੀ। ਕਹਿਣ ਤੋਂ ਭਾਵ ਹੈ ਕਿ ਧਿਆਨ ਉੱਧਰ ਹੁੰਦਾ ਹੈ,
डर वाले पासे, जिधरले पासे दुविधा हुंदी, जिधरले पासे माया हुंदी, क्योंकि माड़ा विचार हमेशा ही चंगे ते भारू हुंदा है। जे मन दुविधा विच होए ते जे दुविधा विच नहीं है, फिर जो मर्जी हो जाए कोई गल नहीं है, क्योंकि आपे गुरु राखा है, आपे मालक राखा है। सतगुरु पातशाह जी इसे विच फिर आखदे हन, नानक भाए भगत निस्तारा, भाव बचा लैंदा है। तीजै पहरै रैन कै वणजारिया मित्रा, सर हंस उलथड़े आए। हुण सतगुरु पातशाह जी हैं तीजे पैर, जिंदगी दे तीजा पैर। कि मान लो जिवें 100 साल की उम्र है, पहले 25 वखरे पहले पैर विच, दूजे 25 दूजे पैर विच, तीजे 25 तीजे पैर विच, चौथे 25 चौथे विच। हुण पातशाह जी आखण लगे तीजा पैर है कि जदों मान लो कि 50 तो उत्ते हो जाती, भावें अज तो 50 तो पहला ही 30 तो बाद ही धौले आने शुरू हो जाते हैं। आखण लगे सर, सर तो भाव ये शरीर नूं जिहड़ा है सर उत्ते, शरीर उत्ते। सर का अर्थ बहुत बार गुरबाणी दे विच जिहड़ा सरोवर भी है, इत्थे अर्थ इस हिसाब नाल है सर ते हंस, क्योंकि हंस का संबंध किहदे नाल है? सरोवर नाल है, उहदे कंढे ते बैठदा। इस तरह की है कि शरीर सरोवर समान है कि इहदे उत्ते की है हंस उलथड़े आए। उलथड़े आ के भाव आ गए ने, टिक गए ने, लथ गए ने, पहुँच गए ने। हंस तो भाव चिट्टे, चिट्टे की वाल। कि फिर जदों इन्नी उम्र तीजे पैर विच मनुख पहुँचता है कि हे जीव मित्र, जिंदगी की रात की तीजे पैर सर उत्ते हंस आ उतरते ने, भाव कि शरीर उत्ते चिट्टे धौले वाल आ जाते हैं, चिट्टे आ जाते, धौले आ जाते। ये तीजा पैर है जिंदगी का कि हुण ढलना शुरू हो जाता है मनुख गांह नूं, कि अग्गा आया नेड़ा ते पिछा जिहड़ा है दूर रह जाता है, कि पिछा हुण दूर रह गया, हुण अगांह जिहड़ा है वो चलना शुरू हो जाता है। कि सर हंस उलथड़े आए, कि शरीर उत्ते चिट्टे वाल जिहड़े आउणे वो शुरू हो गए, भाव आ पहुंची। जोबन घटै जरुआ जिणे वणजारिया मित्रा, आव घटै दिन जाए। इस पंक्ति के अर्थ की होणगे जी? जोबन घटै, जवानी घटन लग पैंदी है, ते जरुआ भाव बुढ़ेपा की है जिणे वो जतना शुरू हो जाता है। कि एक पासे जवानी एक पासे बुढ़ेपा है, तो हुण जो तीजा पैर आ जाता फिर हुण पहलां ते जवानी जितदी हुंदी है, हुण की है बुढ़ेपा जितना शुरू हो जाता है कि हुण तू ढह जा, हुण मेरी वारी है। कि हुण जिणे पातशाह जी आख रहे ने कि फिर जवानी घटदी है ते शरीरक ताकत है, ताकत नूं बुढ़ेपा जिहड़ा वो जितना शुरू करता है। अखीर ते रहमत करते हैं, आव घटै दिन जाए, कि उम्र का एक एक दिन लंघता जाता है तो उम्र घटती जाती है। तो असीं की आखदे हैं कि उम्र वधदी जाती है, पर गुरु साहब की कहते हैं कि उम्र घटती जाती है। असीं बरसदे ते आखदे हैं कि इन्ने दिनों का हो, इन्ने सालों का हो गया। गुरु साहब की कहते हैं कि ये बीत गए, खत्म हो गए, अजे हो रहा है। अंत काल पशुतासी अंदुले, जा जम पकड़ चलाया। हुण जम ने पकड़ के चला लिया कि अंत काल, कि हे माया दे मोह विच अन्ने होए जीव अंदुले, जदों जम ने फड़ के तैनू अगे ला लिया, तदों अखीरले वेले तू पछताएगा कि अजे भी समा है, एक पैर रहिंदा है, अजे भी जुड़ जा। नहीं तो उस मालक दे हुक्म रूप जम ने
ਤੈਨੂੰ ਫੜ ਕੇ ਅੱਗੇ ਲਾ ਹੀ ਲੈਣਾ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਦਿਨ ਨੇੜੇ ਹੀ ਹੈ। ਦਿਨ ਨੇੜੇ ਆਇਆ ਸੋਏ, ਦਿਨ ਨੇੜੇ ਹੀ ਹੈ, ਦੂਰ ਨਹੀਂ ਹੈ। ਪਤਾ ਨਹੀਂ ਕਦੋਂ ਉਹ ਦਿਨ ਆ ਜਾਣਾ, ਕਦੋਂ ਉਹ ਸਮਾਂ ਆ ਜਾਣਾ। ਤੇ ਉਸ ਮਾਲਕ ਦੇ ਦੂਤ ਨੇ, ਹੁਕਮ ਰੂਪ ਦੂਤ ਨੇ ਤੈਨੂੰ ਅੱਗੇ ਲਾ ਲੈਣਾ ਅਤੇ ਫਿਰ ਤੂੰ ਪਛਤਾਵੇਂਗਾ। ਸਭ ਕਿਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਭਇਆ ਪਰਾਇਆ। ਹੁਣ ਇਸ ਪੰਕਤੀ ਦੇ ਅਰਥ ਕੀ ਹਨ ਜੀ? ਸਭ ਕਿਛ ਆਪਣਾ ਕਰ ਕਰ ਰਾਖਿਆ। ਵੈਸੇ ਤੇ ਸਾਰਿਆਂ ਨੂੰ ਸਮਝ ਆ ਹੀ ਗਈ ਹੈ, ਕਿਉਂਕਿ ਸਾਰੇ ਇਹੀ ਕੰਮ ਹੀ ਕਰਦੇ ਆ ਕਿ ਹਰ ਇੱਕ ਚੀਜ਼ ਨੂੰ ਜਿਹੜਾ ਆਪਣਾ ਬਣਾ ਬਣਾ ਕੇ ਰੱਖਦੇ ਆ, ਵੀ ਮੇਰੀ, ਇਹ ਵੀ ਮੇਰੀ, ਆ ਵੀ ਮੇਰਾ, ਮੈਂ ਸਾਂਭ ਸਾਂਭ ਕੇ ਰੱਖਾਂ। ਆਪਣਾ ਕਰ ਕਰਕੇ ਇਹ ਵੀ ਮੇਰਾ ਹੈ, ਇਹ ਵੀ ਮੇਰਾ ਹੈ, ਸਾਂਭ ਸਾਂਭ ਕੇ ਰੱਖਦਾ ਹੈ। ਖਿਨ ਮੈਂ ਭਇਆ ਪਰਾਇਆ। ਸਤਿਗੁਰੂ ਜੀ ਆਖਣ ਲੱਗੇ ਕਿ ਫਿਰ ਇੱਕ ਦਿਨ ਜਿਹੜਾ ਇਹ ਸਭ ਕੁਝ ਪਰਾਇਆ ਹੋ ਜਾਏਗਾ। ਇੱਥੋਂ ਤੱਕ ਕਿ ਜਿਹੜੀ ਦੇਹੀ ਨੂੰ ਵੀ ਤੂੰ ਬੜਾ ਸਾਂਭ ਸਾਂਭ ਕੇ ਰੱਖਦਾ ਹੈ ਨਾ, ਇਹ ਵੀ ਤੇਰੀ ਨਹੀਂ ਰਹਿਣੀ, ਇਹ ਵੀ ਪਰਾਈ ਹੋ ਜਾਣੀ ਹੈ। ਇਹ ਵੀ ਜਿਹੜੀ ਹੈ ਉਹ ਮਿੱਟੀ ਹੋ ਜਾਣੀ ਹੈ। ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗੁਣ ਪਛਤਾਏ। ਵਿਸਰਜੀ ਦੇ ਅਰਥ ਕੀ ਹੈ ਜੀ? ਭਾਵ ਵਿਸਰ ਗਈ, ਦੂਰ ਹੋ ਗਈ। ਜਿਹਨੂੰ ਅਸੀਂ ਕਹਿੰਦੇ ਵਿਸਰ ਗਈ, ਭੁੱਲ ਗਈ, ਭਾਵ ਦੂਰ ਹੋ ਜਾਣਾ। ਪਾਤਸ਼ਾਹ ਜੀ ਆਖਦੇ ਬੁੱਧ ਵਿਸਰਜੀ ਕਿ ਹੇ ਜੀਵ, ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ ਅਕਲ ਜਿਹੜੀ ਹੈ ਦੂਰ ਹੋ ਜਾਂਦੀ ਹੈ, ਮਾਰੀ ਜਾਂਦੀ, ਖਤਮ ਹੋ ਜਾਂਦੀ ਹੈ। ਗਈ ਸਿਆਣਪ, ਤੇ ਸਿਆਣਪ ਹੁੰਦੀ ਜਿਹੜੀ ਉਹ ਵੀ ਗੁੰਮ ਹੋ ਜਾਂਦੀ, ਉਹ ਵੀ ਦੂਰ ਚਲੀ ਜਾਂਦੀ ਹੈ। ਕਰ ਅਵਗੁਣ ਪਛਤਾਏ, ਅਤੇ ਮੰਦੇ ਕੰਮ ਕਰ ਕਰਕੇ ਆਖਰ ਅੰਤ ਵੇਲੇ ਫਿਰ ਪਛਤਾਉਂਦਾ ਹੈ। ਅੰਤ ਵੇਲੇ ਫਿਰ ਇਹ ਰੋਂਦਾ ਹੈ, ਪਛਤਾਉਂਦਾ ਹੈ। ਕਉ ਨਾਨਕ ਪ੍ਰਾਣੀ ਤੀਜੈ ਪਹਿਰੈ, ਪ੍ਰਭ ਚਿਤੁ ਲਿਵ ਲਾਏ। ਬਾਦਸ਼ਾਹ ਜੀ ਆਖਦੇ ਅਜੇ ਵੀ ਸਮਾਂ ਹੈ, 2 ਪੈਰ ਬੀਤ ਗਏ ਆ, ਅਜੇ ਵੀ ਇਹ ਪੈਰ ਚੱਲ ਰਿਹਾ ਹੈ ਤੇ ਇੱਕ ਪੈਰ ਅਜੇ ਵੀ ਰਹਿੰਦਾ। ਭਾਵੇਂ ਕਿ ਮਾਲਕ ਪਹਿਲੇ ਪੈਰ ਦੇ ਵਿੱਚ ਵੀ ਕਿਸੇ ਨੂੰ ਲੈ ਜਾਂਦਾ, ਕੁਝ ਦਿਨਾਂ ਦਾ ਹੁੰਦਾ, ਕੁਝ ਸਾਲਾਂ ਦਾ ਹੁੰਦਾ, ਲੈ ਜਾਂਦਾ ਮਾਲਕ। ਪਰ ਸਤਿਗੁਰੂ ਜੀ ਆਖਦੇ ਨੇ ਕਿ ਦੇਖ ਅਜੇ ਵੀ ਸਮਾਂ ਤੇਰੇ ਕੋਲ ਹੈ। ਇੰਜ ਕਹਿ ਲਈਏ ਕਿ ਸਾਡਾ ਅੱਜ ਦਾ ਦਿਨ, ਆਹ ਪਲ ਵੀ ਤੀਜਾ ਪੈਰ ਹੈ। ਇਹ ਤੀਜਾ ਪੈਰ ਹੀ ਸਮਝੋ। ਇਹਦਾ ਇਹ ਮਤਲਬ ਨਹੀਂ ਕਿ ਜਿਹੜਾ 100 ਸਾਲ ਹੋਏਗਾ ਉਹਦੇ ਤੇ ਤੀਜਾ ਪੈਰ ਆਉਣਾ, ਨਹੀਂ, ਐਸਾ ਨਹੀਂ ਹੈ। ਜ਼ਿੰਦਗੀ ਦਾ ਇੱਕ ਇੱਕ ਪਲ ਸਾਡਾ ਚੌਥਾ ਪੈਰ ਹੈ, ਅਖੀਰਲਾ ਪੈਰ ਹੈ। ਪਾਤਸ਼ਾਹ ਜੀ ਆਖਦੇ ਨੇ ਨਾ, ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੀ ਜਾਪੈ ਸਾ ਆਵੈ ਕਿ ਨਾ ਆਵੈ। ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਸਾ। ਮਾਲਕ ਦਾ ਨਾਮ ਲੈਂਦਿਆਂ ਖਿਨ, ਅੱਖ ਝਮਕਣ ਜਿੰਨਾ ਸਮਾਂ ਵੀ ਢਿੱਲ ਨਹੀਂ ਕਰਨੀ ਚਾਹੀਦੀ। ਇਹ ਨਹੀਂ ਕਿ ਕੋਈ ਗੱਲ ਨਹੀਂ, ਕੱਲ ਨੂੰ ਸਿਮਰ ਲਾਂਗੇ, ਪਰਸੋਂ ਧਿਆ ਲਿਆਂਗੇ, ਫਿਰ ਸ਼ੁਰੂ ਕਰ ਲਾਂਗੇ, ਐਸਾ ਨਹੀਂ। ਬਿਲਕੁਲ ਢਿੱਲ ਨਹੀਂ ਕਰਨੀ ਚਾਹੀਦੀ। ਆਖਣ ਲੱਗੇ ਪਾਤਸ਼ਾਹ ਜੀ, ਪ੍ਰਭ ਚੇਤੋ ਲਿਵ ਲਾਏ ਕਿ ਹੇ ਜੀਵ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ ਕਿ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਸਿਰ ਉੱਤੇ ਤੇਰੇ ਧੌਲੇ ਆ ਗਏ, ਚਿੱਟੇ ਹੋ ਗਏ, ਫਿਰ ਵੀ ਘਬਰਾ ਨਾ, ਅਜੇ ਵੀ ਸਮਾਂ ਹੈ। ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਮਾਲਕ ਦਾ ਸਿਮਰਨ ਕਰ, ਮਾਲਕ ਦੇ ਹੁਕਮ ਨੂੰ ਜਿਹੜਾ ਹੈ, ਹੁਕਮ ਅਨੁਸਾਰੀ ਜੀਵਨ ਜਿਹੜਾ ਹੈ ਉਹ ਬਿਤਾਉਣਾ ਕਰ। ਚੌਥੈ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ, ਬਿਰਦ ਭਇਆ ਤਨ ਖੀਣ। ਪਾਤਸ਼ਾਹ ਜੀ ਚੌਥੇ ਪਹਿਰ ਦੀ ਗੱਲ ਕਰ ਲਏ ਕਿ ਜਿਵੇਂ 100 ਸਾਲ ਅਤੇ 75 ਤੋਂ ਜਦੋਂ ਗਾਂਹ ਹੋ ਜੇ, 70 ਤੋਂ ਗਾਂਹ ਲੰਘ ਪਵੇ। ਆਖਣ ਲੱਗੇ ਮਾਲਕ ਦੇ ਨਾਮ ਦਾ ਵਣਜ ਕਰਨ ਆਏ ਜੀਵ ਮਿੱਤਰ, ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਵਿੱਚ ਜੀਵ ਕੀ ਹੈ? ਬਿਰਧ ਪਿਆ। ਬਿਰਧ ਤੋਂ ਭਾਵ ਬੁੱਢਾ ਹੋ ਗਿਆ
ਅਤੇ ਤਨ ਕੀ ਹੈ? ਖੀਣ। ਖੀਣ ਤੋਂ ਭਾਵ ਕਮਜ਼ੋਰ, ਕਿ ਜਿਹੜਾ ਜੀਵ ਬੁੱਢਾ ਹੋ ਜਾਂਦਾ ਹੈ ਤੇ ਉਸ ਦਾ ਸਰੀਰ ਫਿਰ ਕਮਜ਼ੋਰ ਹੋ ਜਾਂਦਾ ਹੈ। ਅੱਖੀਂ ਅੰਧ ਨਾ ਦਿਸਈ ਵਣਜਾਰਿਆ ਮਿੱਤਰਾ, ਕੰਨੀ ਸੁਣੈ ਨਾ ਵੈਣ। ਵੈਣ ਦਾ ਅਰਥ ਬੋਲ, ਬਚਨ। ਵੈਣ ਦਾ ਅਰਥ ਰੋਣਾ ਨਹੀਂ ਹੈ ਕਿ ਜਿਹੜਾ ਉੱਚੀ ਉੱਚੀ ਰੋ ਜਾਂਦਾ, ਉਹਦਾ ਭਾਵ ਬਿਲਕੁਲ ਨਹੀਂ ਰੋਣਾ। ਵੈਣ ਤੋਂ ਭਾਵ ਬੋਲ, ਜਿਹੜਾ ਬੋਲ ਹੁੰਦਾ ਉਹਨੂੰ ਸੁਣਨਾ। ਕਿ ਜਿਵੇਂ ਅਸੀਂ ਸਾਰੀ ਸਾਂਝ ਕਰਨੀ ਹੈ ਗੁਰਬਾਣੀ ਅਨੁਸਾਰ ਵੈਣ ਕਰ ਰਹੇ ਅਸੀਂ, ਕਿ ਵੈਣਾ ਬਚਨਾਂ ਦੀ ਸਾਈ। ਪਾਤਸ਼ਾਹ ਜੀ ਆਖਣ ਲੱਗੇ ਅੱਖੀਂ ਅੰਧ ਨਾ ਦਿਸਏ ਕਿ ਹੀ ਵਣਜਾਰੇ ਜੀਵ। ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, ਕਿ ਦਿਸਣਾ ਘਟ ਜਾਂਦਾ ਹੈ, ਚੰਗੀ ਤਰ੍ਹਾਂ ਦਿਸਦਾ ਨਹੀਂ ਹੈ, ਦੂਰੋਂ ਪਛਾਣ ਨਹੀਂ ਆਉਂਦੀ ਹੈ, ਅਤੇ ਅੱਖਾਂ ਦੇ ਨਾਲ ਠੀਕ ਨਹੀਂ ਦਿਸਦਾ, ਹਨੇਰਾ ਆ ਜਾਂਦਾ ਹੈ, ਠੀਕ ਨਹੀਂ। ਨਾ ਦਿਸਈ ਵਣਜਾਰ, ਕੰਨੀ ਸੁਣੇ ਨਾ ਵਣ, ਤੇ ਕੰਨਾਂ ਨਾਲ ਬੋਲ ਚੰਗੀ ਤਰ੍ਹਾਂ ਨਹੀਂ ਸੁਣ ਸਕਦਾ ਜਦੋਂ ਉਮਰ ਵਡੇਰੀ ਹੋ ਜਾਂਦੀ, ਕਿ ਕੰਨ ਵੀ ਕਮਜ਼ੋਰ ਹੋ ਜਾਂਦੇ ਹਨ। ਅੱਖੀਂ ਅੰਧ ਜੀਵ ਰਸ ਨਾਹੀ, ਰਹੇ ਪਰਾਕੋ ਤਾਣਾ। ਅੱਖਾਂ ਤੋਂ ਘੱਟ ਦਿਸਣਾ ਜਾਂ ਅੰਨਾ ਹੋ ਜਾਂਦਾ ਹੈ, ਕਿ ਚੰਗੀ ਤਰ੍ਹਾਂ ਦਿਸਦਾ ਨਹੀਂ, ਅੰਨਾ ਹੋ ਜਾਂਦਾ ਹੈ। ਤੇ ਜੀਭ ਰਸ ਨਹੀਂ, ਜੀਭ ਵਿੱਚ ਸਵਾਦ ਦੀ ਤਾਕਤ ਨਹੀਂ ਰਹਿੰਦੀ, ਕਿ ਹੁਣ ਉਹ ਜੋ ਸਵਾਦ ਜਵਾਨੀ ਵੇਲੇ ਸੀ ਉਹ ਸਵਾਦ ਹੁਣ ਜੀਭ ਦੇ ਵਿੱਚ ਨਹੀਂ ਰਹਿੰਦਾ ਹੈ। ਇੰਜ ਕਹਿ ਲਈਏ ਕਿ ਕਈ ਵਾਰ ਦੰਦ ਜਿਹੜੇ ਉਹ ਜਵਾਬ ਦੇ ਦਿੰਦੇ ਆ, ਕਿਉਂ ਤੇ ਆਖਦੇ ਕਿ ਥੋੜ੍ਹੀ ਜਿਹੀ ਤਰੀ ਵਾਲੀ ਸਬਜ਼ੀ ਹੋਵੇ ਤੇ ਵਿੱਚ ਰੋਟੀ ਭੋਰ ਦਿਓ, ਬਸ ਉਹ ਮੈਂ ਖਾ ਲੈਣਾ ਹੌਲੀ ਹੌਲੀ। ਕਹਿਣ ਤੋਂ ਭਾਵ ਹੈ ਕਿ ਸਮਾਂ ਬੀਤ ਜਾਂਦਾ ਹੈ, ਇਹ ਅੰਗ ਸਾਡੇ ਜਵਾਬ ਦੇਣੇ ਸ਼ੁਰੂ ਕਰ ਦਿੰਦੇ ਹਨ, ਕਿ ਜੀਭ ਦਾ ਰਸ ਖਤਮ ਹੋ ਜਾਂਦਾ ਹੈ। ਜਿਹੜਾ ਕੁਝ ਜਵਾਨੀ ਦੇ ਵਿੱਚ ਚੱਬ ਚੱਬ ਖਾਂਦਾ ਸੀ ਉਹ ਹੁਣ ਨਹੀਂ ਖਾਧਾ ਜਾਂਦਾ। ਅਤੇ ਰਹੇ ਪਰਾਕੋ ਤਾਣਾ, ਪਰਾਕੋ ਤੋਂ ਭਾਵ ਬਲ, ਤਾਣ ਤੋਂ ਭਾਵ ਵੀ ਤਾਣਾ ਤੋਂ ਭਾਵ ਤਾਕਤ, ਕਿ ਹੁਣ ਉਦਮ ਤੇ ਤਾਕਤ ਜਿਹੜੇ ਹਨ ਸਰੀਰ ਵਿੱਚ ਨਹੀਂ ਰਹਿ ਜਾਂਦੇ ਹਨ। ਭਾਵੇਂ ਕੋਲ ਹੀ ਪਾਣੀ ਪਿਆ ਹੋਏ, ਬਜ਼ੁਰਗੀ ਕਰਕੇ ਕੋਲ ਪਿਆ ਗਲਾਸ ਚੁੱਕ ਕੇ ਵੀ ਨਹੀਂ ਪੀਤਾ ਜਾਂਦਾ, ਇੰਨੀ ਕੁ ਇਹ ਬਜ਼ੁਰਗੀ, ਇੰਨਾ ਕਿ ਬੁਢੇਪਾ ਤੰਗ ਕਰਦਾ ਹੈ। ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ, ਮਨ ਮੁਖ ਆਵਣ ਜਾਣਾ। ਆਖਣ ਲੱਗੇ ਆਪਣੇ ਹਿਰਦੇ ਵਿੱਚ ਕਦੇ ਪ੍ਰਮਾਤਮਾ ਦੇ ਗੁਣ ਨਹੀਂ ਵਸਾਏ। ਗੁਣ ਅੰਤਰ ਨਾਹੀ ਕਿਉਂ ਸੁਖ ਪਾਏ, ਤੇ ਹੁਣ ਫਿਰ ਸੁੱਖ ਕਿੱਥੋਂ ਮਿਲੇ? ਕਿਉਂ ਸੁੱਖ ਪਾਵੇ, ਕਿੱਥੋਂ ਸੁੱਖ ਮਿਲੇਗਾ? ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਫਿਰ ਪੈ ਜਾਂਦਾ ਹੈ। ਮਨਮੁਖ ਆਵਣ ਜਾਣਾ। ਖੜ ਪੱਕੀ ਕੁੜ ਭੱਜੈ, ਬਿਨਸੈ ਆਏ ਚੱਲੇ ਕਿਆ ਮਾਣ। ਖੜ ਦਾ ਅਰਥੋਂ ਕਣਕ ਆਦਿ ਦਾ ਜਿਹੜਾ ਨਾੜ ਹੁੰਦਾ ਹੈ, ਮਗਰੋਂ ਬਚ ਜਾਂਦਾ, ਕਣਕ ਵੱਢੀ ਜਾਂਦੀ ਹੈ ਤੇ ਮਗਰੋਂ ਜਿਹੜਾ ਉਹਦਾ ਬਚ ਜਾਂਦਾ, ਬਾਕੀ ਜੋ ਵੀ ਪਰਾਲੀ ਆਦਿ ਹੁੰਦੀ ਜਿਹਨੂੰ। ਆਖਣ ਲੱਗੇ ਕੁੜ ਪੁੱਜੈ, ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਿਵੇਂ ਪੱਕੀ ਹੋਈ ਫਸਲ ਦਾ ਨਾੜ ਕੁੜਕ ਕੁੜਕ ਕਰਕੇ ਟੁੱਟ ਜਾਂਦਾ ਹੈ ਨਾ, ਤਿਵੇਂ ਬੁਢੇਪਾ ਆਉਣ ਤੇ ਸਰੀਰ ਜਿਹੜਾ ਹੈ ਉਹ ਨਾਸ਼ ਹੋ ਜਾਂਦਾ ਹੈ ਤੇ ਜੀਵ ਜਗਤ ਤੇ ਆ ਕੇ ਆਖਰ ਇੱਥੋਂ ਤੁਰ ਪੈਂਦਾ ਹੈ। ਇਸ ਸਰੀਰ ਦਾ ਮਾਣ ਕਰਨਾ ਵਿਅਰਥ ਹੈ। ਚੱਲੇ ਆਏ ਚੱਲੇ ਕਿਆ ਮਾਣ, ਇਹਦਾ ਮਾਣ ਕਰਨ ਦਾ ਕੀ ਫਾਇਦਾ ਕਿ ਇਹਨੇ ਬਿਨਸ ਜਾਣਾ ਹੈ। ਕਉ ਨਾਨਕ ਪ੍ਰਾਣੀ ਚੌਥੇ ਪਹਿਰੇ, ਗੁਰਮੁਖ ਸ਼ਬਦ ਪਛਾਨ। ਪਾਤਸ਼ਾਹ ਜੀ ਆਖਣ ਲੱਗੇ ਅਜੇ ਵੀ ਸਮਾਂ ਹੈ। ਹੇ ਨਾਨਕ ਆਖ ਹੀ ਪ੍ਰਾਣੀ ਜ਼ਿੰਦਗੀ ਦੀ ਰਾਤ ਦੀ ਚੌਥੇ ਪਹਿਰ ਤੂੰ ਬੁੱਢਾ ਹੋ ਗਿਆ, ਪਰ ਅਜੇ ਵੀ ਹੁਣ ਗੁਰੂ ਦੇ ਸ਼ਬਦ ਨੂੰ ਪਛਾਣ ਲੈ। ਹੁਣ ਵੀ ਪਛਾਣ ਲੈ ਜਿੰਨੀ ਕੁ ਮਤ ਬੁੱਧ ਤੇਰੇ ਕੋਲ ਹੈ, ਅਤੇ ਗੁਰੂ ਦੀ ਗੁਰ ਸ਼ਬਦ ਨਾਲ ਡੂੰਘੀ ਸਾਂਝ ਪਾ। ਗੁਰ ਸ਼ਬਦ ਪਛਾਣ, ਗੁਰੂ ਦਾ ਗੁਰੂ ਸ਼ਬਦ ਹੈ ਜਿਹੜਾ
ਉਸ ਨੂੰ ਅਜੇ ਵੀ ਪਛਾਣ ਨਾ ਕਰ। ਓੜਕ ਆਇਆ ਤਿਨ ਸਾਹਿਆ ਵਣਜਾਰਿਆ ਮਿੱਤਰਾ, ਜ਼ਰ ਜਰਵਾਣ ਕੰਨ। ਓੜਕ ਦਾ ਅਰਥ ਅਖੀਰਲਾ ਸਮਾਂ। ਜਰ ਤੋਂ ਭਾਵ ਬੁਢੇਪਾ ਤੇ ਜਰਵਾਣਾ ਤੋਂ ਭਾਵ ਜਵਾਨੀ ਬਲੀ। ਕਿ ਹਰ ਨਾਮ ਦਾ ਵਣਜ ਕਰਨ ਆਏ ਹੀ ਜੀਵ ਮਿੱਤਰ। ਜੀਵ ਨੂੰ ਉਮਰ ਦੇ ਜਿਤਨੇ ਸਵਾਸ ਮਿਲੇ ਹਨ, ਆਖਰ ਉਹਨਾਂ ਸਵਾਸਾਂ ਦਾ ਅਖੀਰ ਆ ਗਿਆ ਹੈ ਤੇ ਬਲੀ ਬੁਢੇਪਾ ਮੋਢੇ ਉੱਤੇ ਜਿਹੜਾ ਹੈ ਉਹ ਨੱਚਣ ਲੱਗ ਪਿਆ। ਕਿ ਬੁਢੇਪਾ ਹੈ ਉਹ ਮੋਢਿਆਂ ਉੱਤੇ ਕੀ ਹੈ, ਨੱਚਣ ਲੱਗ ਪਿਆ ਹੈ ਕਿ ਹੁਣ ਤੇਰਾ ਅਖੀਰਲਾ ਸਮਾਂ, ਸਵਾਸ ਖਤਮ ਹੋਣ ਦਾ ਸਮਾਂ ਜਿਹੜਾ ਉਹ ਆ ਗਿਆ ਹੈ। ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ, ਅਵਗਣ ਖੜਸਨ ਬੰਨ। ਅਵਗਣ ਖੜਸਨ ਬੰਨ ਕੀ ਹੀ ਵਣਜਾਰੇ ਜੀਵ ਮਿੱਤਰ, ਜਿਸ ਦੇ ਹਿਰਦੇ ਵਿੱਚ ਰੱਤਾ ਭਰ ਵੀ ਗੁਣ ਨਾ ਟਿਕੇ। ਇੱਕ ਰੱਤੀ ਗੁਣ ਨਾ ਸਮਾਣੇ, ਕਿ ਇੱਕ ਰੱਤੀ ਭਰ ਵੀ ਗੁਣ ਉਹਨੇ ਆਪਣੇ ਹਿਰਦੇ ਵਿੱਚ ਨਹੀਂ ਟਿਕਾਏ, ਉਸ ਨੂੰ ਉਸ ਦੇ ਆਪਣੇ ਕੀਤੇ ਹੋਏ ਔਗਣ ਬੰਨ ਕੇ ਫਿਰ ਲੈ ਤੁਰਦੇ ਨੇ। ਔਗਣ ਚੱਲੀ ਬੰਨ, ਜਿਵੇਂ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਰਹਿਮਤ ਕਰਦੇ ਨੇ ਨਾ, ਕਿ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ। ਕੀ ਗੁਣ ਇੱਥੇ ਟਿਕਾਏ ਨਹੀਂ, ਪੈਦਾ ਨਹੀਂ ਕੀਤੇ, ਪ੍ਰਾਪਤ ਨਹੀਂ ਕੀਤੇ, ਤੇ ਔਗਣ ਕਮਾ ਕਮਾ ਕੇ ਉਹਦੀ ਪੰਡ ਸਿਰ ਤੇ ਰੱਖ ਕੇ ਫਿਰ ਜੀਵ ਤੁਰ ਪੈਂਦਾ। ਅਵਗਣ ਖੜਸਨ ਬੰਨ। ਗੁਣ ਸੰਜਮ ਜਾਵੈ ਚੋਟ ਨ ਖਾਵੈ, ਨਾ ਤਿਸ ਜੰਮਣ ਮਰਨਾ। ਆਖਣ ਲੱਗੇ ਜਿਹੜਾ ਜੀਵ ਇਥੋਂ ਆਤਮਿਕ ਗੁਣਾਂ ਦੇ ਸੰਜਮ ਦੀ ਸਹਾਇਤਾ ਨਾਲ ਜਾਂਦਾ ਹੈ, ਉਹ ਯਮਰਾਜ ਦੀ ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ਹੈ। ਕਾਲ ਜਾਲ ਜਮ ਜੋ ਨ ਸਾਕੈ, ਭਾਏ ਭਗਤ ਪੈ ਤਰਨਾ। ਆਖਣ ਲੱਗੇ ਜਮ ਕਾਲ ਜਾਲ ਜਮ ਜੋ ਨਾ ਸਕੈ, ਕਿ ਜਮ ਦਾ ਜਾਲ ਭਾਵ ਮੌਤ ਦਾ ਡਰ ਉਸ ਵੱਲ ਤੱਕ ਵੀ ਨਹੀਂ ਸਕਦਾ। ਭਾਏ ਭਗਤ ਪੈ ਤਰਨਾ, ਪ੍ਰਮਾਤਮਾ ਦੀ ਪ੍ਰੇਮ ਦੀ ਬਰਕਤ ਨਾਲ, ਪ੍ਰਮਾਤਮਾ ਦੀ ਭਗਤੀ ਨਾਲ ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਤੋਂ ਪਾਰ ਲੰਘ ਜਾਂਦਾ ਹੈ। ਭਾਏ ਭਗਤ ਪੈ ਤਰਨਾ, ਤਰ ਜਾਂਦਾ ਹੈ। ਪਤ ਸੇਤੀ ਜਾਵੈ ਸਹਿਜ ਸਮਾਵੈ, ਸਗਲੇ ਦੁਖ ਮਿਟਾਵੈ। ਪਤ ਸੇਤੀ ਜਾਵੈ, ਇੱਜ਼ਤ ਮਾਣ ਨਾਲ ਸੰਸਾਰ ਤੋਂ ਜਾਂਦਾ ਹੈ, ਅਤੇ ਸਹਿਜ ਸਮਾਵੈ, ਤੇ ਸਦਾ ਆਤਮਿਕ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਸਗਲੇ ਦੁੱਖ ਮਿਟਾਵੈ, ਉਹ ਆਪਣੇ ਸਾਰੇ ਦੁੱਖ ਕਲੇਸ਼ ਦੂਰ ਕਰ ਲੈਂਦਾ ਹੈ। ਕਉ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੈ। ਹੇ ਨਾਨਕ, ਜਿਹੜਾ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਗੁਰਮੁਖ ਛੂਟੈ, ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਤੋਂ ਬਚ ਜਾਂਦਾ ਹੈ। ਗੁਰਮੁਖ ਛੂਟੈ ਅਤੇ ਸਾਚੇ ਤੇ ਪਤ ਪਾਵੈ, ਉਹ ਸਦਾ ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ। ਕਿ ਪ੍ਰਵਾਨਗੀ ਉਦੋਂ ਹੀ ਹੈ ਕਿ ਜਦੋਂ ਗੁਰੂ ਦੇ ਅਨੁਸਾਰੀ ਆਪਣਾ ਜੀਵਨ ਜਿਹੜਾ ਹੈ ਉਹ ਬਣਾਉਣਾ ਕੀਤਾ, ਗੁਰੂ ਦੇ ਅਨੁਸਾਰੀ ਉਸ ਮਾਲਕ ਦੇ ਨਾਲ ਜੁੜਿਆ ਗਿਆ। ਇਸ ਪੈਰੇ ਦੇ ਅੰਦਰ 5 ਸ਼ਬਦ ਸਤਿਗੁਰੂ ਜੀ ਨੇ ਦਰਜ ਕੀਤੇ ਨੇ। 4
ਪੈਰਾਂ ਦੇ ਵਿੱਚ ਗੱਲ ਕੀਤੀ ਹੈ। ਪੰਜਵੇਂ ਦੇ ਵਿੱਚ ਫਿਰ ਜਿਹੜਾ ਹੈ ਉਹ ਦੱਸਿਆ ਹੈ ਕਿ ਮਨਮੁਖ ਦਾ ਜੀਵਨ ਆ ਹੁੰਦਾ ਹੈ ਤੇ ਗੁਰਮੁਖ ਦਾ ਜੀਵਨ ਆ ਹੁੰਦਾ। ਇਸ ਕਰਕੇ ਪਾਵਨ ਨਿਸਤਾਰਾ ਕੀਤਾ ਹੈ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।